database design process. ਡੈਟਾਬੇਸ ਨੂੰ ਜਦੋਂ ਬਣਾਇਆ ਜਾਂਦਾ ਹੈ ਉਹਦੇ 'ਚ ਡਾਟਾ ਸਟੋਰ ਕਰਨਾ ਸੀ। ਸਾਡਾ ਮਕਸਦ ਹੈ ਡਾਟਾਬੇਸ ਦੇ ਅੰਦਰ ਡਾਟਾ ਸਟੋਰ ਕਰਨਾ, ਪਰ ਉਸ ਤੋਂ ਪਹਿਲਾਂ ਉਹਦਾ ਸਟਰਕਚਰ ਤਿਆਰ ਕਰਨਾ ਪਏਗਾ। ਜਿਵੇਂ ਅਸੀਂ ਰਜਿਸਟਰ ਲੈ ਲੈਂਦੇ ਹਾਂ ਜਾਂ ਕੋਈ ਉਹਦੇ ਤੇ ਆਪਾਂ ਕੋਈ ਲਿਸਟ ਬਣਾਉਣੀ ਹੁੰਦੀ ਹੈ, ਅਸੀਂ ਉਹਦੀ ਪਹਿਲਾਂ ਪ੍ਰਪੇਅਰ ਕਰਦੇ ਹਾਂ ਉਹਦਾ ਸਟਰਕਚਰ। ਅਸੀਂ ਲਾਈਨਾਂ ਲਾਉਂਦੇ ਹਾਂ, ਕਾਲਮ ਬਣਾਉਂਦੇ ਹਾਂ ਉਹਦੇ 'ਚ, ਫਿਰ ਉੱਪਰ ਹੈਡਿੰਗ ਲਿਖਦੇ ਹਾਂ, ਹਰੇਕ ਕਾਲਮ ਦਾ ਹੈਡਿੰਗ ਅੱਡ ਲਿਖਦੇ ਹਾਂ, ਮੂਰੇ ਸੀਰੀਅਲ ਨੰਬਰ ਵੀ ਪਾਉਂਦੇ ਹਾਂ। ਸੇਮ ਉਸੇ ਤਰ੍ਹਾਂ ਜਦੋਂ ਕੰਪਿਊਟਰ ਦੇ ਵਿੱਚ ਡਾਟਾ ਸਟੋਰ ਕਰਨਾ ਹੈ ਉਦੋਂ ਵੀ ਉਸਦਾ ਸਟਰਕਚਰ ਪਹਿਲਾਂ ਤਿਆਰ ਕਰਨਾ ਪਏਗਾ। ਉਸ ਨੂੰ ਕਹਿੰਦੇ ਹਾਂ ਅਸੀਂ ਡਾਟਾਬੇਸ ਡਿਜ਼ਾਈਨ। ਇਹ ਥੋੜਾ ਜਿਹਾ ਉਹਦੇ ਨਾਲ ਕੰਪਲੀਕੇਟਡ ਹੁੰਦਾ ਕਿਉਂਕਿ ਟੈਕਨੀਕਲ ਹੈ। ਨਾਰਮਲਾਈਜੇਸ਼ਨ ਵਗੈਰਾ ਦੇ ਕੰਸੈਪਟ ਆਪਾਂ ਪੜ੍ਹੇ ਨੇ, ਡੀਕੰਪੋਜੀਸ਼ਨ ਦੇ ਕੰਸੈਪਟ ਪੜ੍ਹੇ ਨੇ, ਰੀਡੰਡੈਂਸੀ ਦਾ ਖਿਆਲ ਰੱਖਣਾ ਪੈਂਦਾ ਹੈ। ਇਹ ਸਾਰੀਆਂ ਚੀਜ਼ਾਂ ਮਿਲਾ ਕੇ ਕੁਝ ਸਟੈਪ ਨੇ ਜਿਹੜੇ ਡਾਟਾਬੇਸ ਡਿਜ਼ਾਈਨ ਨੂੰ ਤਿਆਰ ਕਰਨ ਵੇਲੇ ਫਾਲੋ ਕੀਤੇ ਜਾਂਦੇ ਨੇ। The process of database design is divided into different parts. It consists of series of steps. They are: first step is requirement analysis. ਜੋ ਡਾਟਾਬੇਸ ਅਸੀਂ ਬਣਾ ਰਹੇ ਹਾਂ ਜਾਂ ਬਣਾਉਣਾ ਚਾਹੁੰਦੇ ਹਾਂ ਉਹਦੇ 'ਚ ਕਿਹੜਾ ਡਾਟਾ ਪਾਉਣਾ ਹੈ, ਕਿਸ ਤਰ੍ਹਾਂ ਦਾ ਡਾਟਾ ਸਟੋਰ ਕਰਨਾ ਹੈ, ਕਿਹੜੀ ਕਿਹੜੀ ਇਨਫੋਰਮੇਸ਼ਨ ਉਹਦੇ ਅੰਦਰ ਪਾਈ ਜਾਏਗੀ। ਇਹ ਪਤਾ ਤਾਂ ਲੱਗੇਗਾ ਜੇ ਅਸੀਂ ਪਹਿਲਾਂ ਉਹਦਾ ਐਨਾਲਿਸਿਸ ਕਰਾਂਗੇ। ਅਸੀਂ ਜਿਸ ਕੰਪਨੀ ਦਾ ਵੀ ਡਾਟਾ ਸਟੋਰ ਕਰਨਾ ਅਸੀਂ ਉਸ ਕੰਪਨੀ ਦੇ ਇੰਪਲੋਈਜ਼ ਨੂੰ, ਅਥਾਰਟੀਜ਼ ਨੂੰ ਗੱਲ ਕਰਾਂਗੇ, ਉਹਨਾਂ ਨਾਲ ਇੰਟਰਵਿਊਜ਼ ਲਵਾਂਗੇ, ਕੁਝ ਸਰਵੇ ਲਿਸਟਸ ਬਣਨਗੀਆਂ, ਕੁਝ ਡਾਕੂਮੈਂਟਸ ਹੋਣਗੇ ਜਿਹੜੇ ਉਹਨਾਂ ਦੇ ਚੈੱਕ ਕਰਾਂਗੇ। ਉੱਥੋਂ ਸਾਨੂੰ ਪਤਾ ਲੱਗੇਗਾ ਕਿ ਕੰਪਨੀ ਨੇ ਕਿਸ ਤਰ੍ਹਾਂ ਦਾ ਡਾਟਾ, ਕਿਹੜਾ ਕਿਹੜਾ ਡਾਟਾ ਸਟੋਰ ਕਰਨਾ। In this phase, a detailed analysis of the requirement is done. The objective of this phase is to get a clear understanding of the requirements. It makes use of various information gathering methods for this purpose. Information gathering, ਜੋ ਅਸੀਂ ਇਨਫੋਰਮੇਸ਼ਨ ਇਕੱਠੀ ਕਰਨੀ ਚਾਹੁੰਦੇ ਹਾਂ ਉਹਨਾਂ ਉਸ ਕੰਪਨੀ ਦੇ ਅੰਦਰ ਕੰਮ ਕਰਨ ਵਾਲੇ ਲੋਕਾਂ ਤੋਂ। ਅਸੀਂ ਅੰਡਰਸਟੈਂਡ ਕਰਨਾ ਚਾਹੁੰਦੇ ਹਾਂ ਉਹਨਾਂ ਦੀਆਂ ਰਿਕੁਆਇਰਮੈਂਟਸ, ਚਾਹੁੰਦੇ ਕੀ ਨੇ, ਕੀ ਬਣਵਾਉਣਾ ਚਾਹੁੰਦੇ ਨੇ ਸਾਡੇ ਤੋਂ। ਇਸ ਪਰਪਸ ਲਈ ਅਸੀਂ ਉਹਨਾਂ ਦੀ ਕੰਪਨੀ 'ਚ ਵਿਜ਼ਿਟ ਕਰਾਂਗੇ ਤੇ ਕੁਝ ਆਹ ਕੰਮ ਅਸੀਂ ਉੱਥੇ ਕਰਾਂਗੇ ਜਾ ਕੇ। ਕਿਹੜੇ? ਅਸੀਂ ਇੰਟਰਵਿਊ ਕਰਾਂਗੇ ਉਹਨਾਂ EMPLOYEES ਦੀ, ਅਥਾਰਟੀਜ਼ ਦੀ। ਉਹਨਾਂ ਤੋਂ ਪੁੱਛਾਂਗੇ ਵਰਬਲੀ ਕਿ ਹਾਂਜੀ ਕੀ ਕਰਨਾ ਹੈ, ਕਿਸ ਤਰ੍ਹਾਂ ਦਾ ਡਾਟਾ ਕੰਪਨੀ ਯੂਜ਼ ਕਰਦੀ ਹੈ, ਸੇਲ ਦਾ ਡਾਟਾ, ਪਰਚੇਜ਼ ਦਾ ਡਾਟਾ, EMPLOYEES ਦਾ ਡਾਟਾ, ਬਹੁਤ ਸਾਰਾ ਡਾਟਾ ਹੁੰਦਾ। ਉਹ ਇੰਟਰਵਿਊਜ਼ ਦੇ ਨਾਲ ਅਸੀਂ ਜਸਟ ਇੱਕ ਗੱਲ ਕਰਾਂਗੇ। ਉਸ ਤੋਂ ਬਾਅਦ ਅਸੀਂ ਉਹਨਾਂ ਦੇ ਡਾਕੂਮੈਂਟਸ ਚੈੱਕ ਕਰਾਂਗੇ ਜਿੱਥੇ ਉਹ ਪੇਪਰਸ ਦੇ ਉੱਤੇ ਡਾਟਾ ਕਿਸ ਤਰ੍ਹਾਂ ਦਾ ਉਹ ਸਟੋਰ ਕਰਦੇ ਨੇ। ਸਰਵੇ ਕਰਾਂਗੇ ਕੰਪਨੀ ਦਾ, ਵਿਜ਼ਿਟ ਕਰਾਂਗੇ ਸਾਈਟ ਨੂੰ ਜਿੱਥੇ ਉਹ ਕੰਪਨੀ ਬਣੀ ਹੈ, ਉਹਨੂੰ ਸਾਰੇ ਆਲਾ ਦੁਆਲਾ ਉਹਦਾ ਦੇਖਾਂਗੇ। ਪ੍ਰੋਟੋਟਾਈਪਿੰਗ ਹੁੰਦਾ, ਮਾਡਲ ਤਿਆਰ ਕਰਦੇ ਹਾਂ ਅਸੀਂ ਪਹਿਲਾਂ। ਟੈਂਪਰੇਰੀ ਕਹਿ ਲਓ ਜਾਂ ਅਸੀਂ ਕਹਿੰਦੇ ਹਾਂ ਵੀ ਫਾਈਨਲ ਤੋਂ ਪਹਿਲਾਂ ਵਾਲਾ ਸਟੈਪ ਵੀ ਅਸੀਂ ਇੱਕ ਮਾਡਲ ਤਿਆਰ ਕਰ ਲਿਆ, ਉਹ ਉਹਨਾਂ ਨੂੰ ਦਿਖਾਵਾਂਗੇ। ਜੇ ਉਹ ਕਹਿਣਗੇ ਵੀ ਇਹ ਠੀਕ ਹੈ ਫਿਰ ਅਸੀਂ ਉਸ ਨੂੰ ਫਾਈਨਲ ਕਰ ਦਿਆਂਗੇ, ਨਹੀਂ ਠੀਕ ਹੈ ਤਾਂ ਇੰਪਰੂਵਮੈਂਟ ਕਰਾਂਗੇ ਜਿਹੜੀ ਉਹ ਚਾਹੁੰਦੇ ਹੋਣਗੇ। ਉਹਨੂੰ ਪ੍ਰੋਟੋਟਾਈਪਿੰਗ ਕਹਿੰਦੇ ਨੇ। ਉਹ ਬਾਰ-ਬਾਰ ਅਸੀਂ ਉਹਨੂੰ ਮਾਡਲਸ ਨੂੰ ਇੰਪਰੂਵ ਕਰਦੇ 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 ਫਾਈਨਲ ਸਟੈਪ ਤੇ ਲੈ ਜਾਂਦੇ ਹੁੰਦੇ। ਇਸ ਤਰ੍ਹਾਂ ਅਸੀਂ ਰਿਕੁਆਇਰਮੈਂਟ ਐਨਾਲਿਸਿਸ ਕਰਦੇ ਹਾਂ ਡਾਟਾ ਡਿਜ਼ਾਈਨ ਕਰਨ ਤੋਂ ਪਹਿਲਾਂ, ਡਾਟਾਬੇਸ ਦਾ ਡਿਜ਼ਾਈਨ ਤਿਆਰ ਕਰਨ ਤੋਂ ਪਹਿਲਾਂ। ਫਿਰ ਉਸਦਾ ਕੰਸੈਪਚੁਅਲ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ। ਕੰਸੈਪਚੁਅਲ ਡਾਟਾਬੇਸ ਡਿਜ਼ਾਈਨ, ਸਟੈਪ ਸੈਕੰਡ। The requirement analysis is modeled in this conceptual design. ਜਿਹੜਾ ਅਸੀਂ ਰਿਕੁਆਇਰਮੈਂਟ ਐਨਾਲਿਸਿਸ ਕੀਤੀ ਹੈ, ਡਾਟਾ ਅਸੀਂ ਪਤਾ ਕਰਿਆ ਉਹਨਾਂ ਤੋਂ, ਕਾਗਜ਼ਾਂ ਤੇ ਅਸੀਂ ਪੇਪਰਸ ਦੇ ਉੱਤੇ ਲਿਖ ਲਿਖ ਕੇ ਉਹਨਾਂ ਤੋਂ ਇਨਫੋਰਮੇਸ਼ਨ ਇਕੱਠੀ ਕੀਤੀ ਹੈ, ਉਸ ਦਾ ਹੁਣ ਇੱਕ ਕੰਸੈਪਚੁਅਲ ਡਿਜ਼ਾਈਨ ਤਿਆਰ ਹੋਏਗਾ। ER ਮਾਡਲ ਆਪਾਂ ਪੜ੍ਹਿਆ ਸੀ, ER ਮਾਡਲ ਦੇ ਰੂਪ ਵਿੱਚ, ER ਡਾਇਆਗ੍ਰਾਮ ਦੇ ਰੂਪ ਦੇ ਵਿੱਚ ਉਸ ਨੂੰ ਤਿਆਰ ਕੀਤਾ ਜਾਏਗਾ।
ਕਾਗਜ਼ਾਂ ਤੇ ਹੀ, ਪੇਪਰ ਤੇ। ਅਜੇ ਕੰਪਿਊਟਰ ਦੀ ਲੋੜ ਨਹੀਂ ਹੈ, ਪੇਪਰ ਤੇ ਤਿਆਰ ਹੋ ਜਾਏਗਾ। ਵੈਸੇ ਟੂਲ ਆਉਂਦੇ ਨੇ ਕੰਪਿਊਟਰਾਈਜ਼ ਨੇ, ਅੱਜ ਕੱਲ੍ਹ ਹਰ ਚੀਜ਼ ਕੰਪਿਊਟਰਾਈਜ਼ਡ ਹੈ, ਪੈਨ ਪੈਨਸਲ ਵਗੈਰਾ ਕੰਮ ਖਤਮ ਹੋ ਗਏ ਨੇ। ਪਰ ਮਤਲਬ ਹੈ ਉਹ ਕੰਮ ਉਦਾਂ ਦਾ ਹੀ ਹੈ ਵੀ ਮੈਨੂਅਲ ਵਾਲਾ ਹੀ ਕੰਮ ਹੈ। ਕੰਪਿਊਟਰ ਸਿਰਫ ਤੁਹਾਨੂੰ ਡਾਇਗਰਾਮ ਡਿਜ਼ਾਈਨ ਕਰਨ 'ਚ ਮਦਦ ਕਰਦਾ। ਅਦਰਵਾਈਜ਼ ਟੂਲ ਚਾਹੇ ਤੁਸੀਂ ਮੈਨੂਅਲੀ ਯੂਜ਼ ਕਰੋ ਚਾਹੇ ਕੰਪਿਊਟਰਾਈਜ਼ਡ, ਉਹਦਾ ਮਕਸਦ ਸਿਰਫ ਇਹੀ ਹੈ ਵੀ ਪੇਪਰਲੈਸ ਹੋ ਜਾਂਦਾ, ਹੋਰ ਕੁਝ ਬਣਨਾ ਮਾਡਲ ਉਦਾਂ ਹੀ ਹੈ। ਸੋ ਈਆਰ ਮਾਡਲ ਜਾਂ ਈਆਰ ਡਾਇਗਰਾਮ ਦੀ ਮਦਦ ਨਾਲ ਕੰਸੈਪਚੁਅਲ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ, ਯੂਜ਼ਡ ਐਟ ਦਾ ਕੰਸੈਪਚੁਅਲ ਡਿਜ਼ਾਈਨ ਸਟੇਜ ਆਫ ਦਾ ਡਾਟਾਬੇਸ ਡਿਜ਼ਾਈਨ। The ER diagram is used to represent this conceptual design। ER diagram ਆਪਾਂ ਪੜ੍ਹੀ ਹੈ ਕਿਵੇਂ ਬਣਦੀ ਹੈ, ਉਸ ਦੇ ਵਿੱਚ ਆਪਾਂ conceptual design ਤਿਆਰ ਕਰ ਲੈਂਦੇ ਹਾਂ। It consists of entities, ਦੱਸਿਆ ਸੀ entities, attributes and relationships। ਇਹਨਾਂ ਨੂੰ represent ਕਰਨ ਲਈ ਉੱਥੇ ਅਲੱਗ-ਅਲੱਗ ਟਾਈਪ ਦੇ ਬਾਕਸਸ ਹੁੰਦੇ ਨੇ। ਐਂਟੀਟੀ ਕਿਵੇਂ ਰਿਪਰੈਜ਼ੈਂਟ ਕਰਨੀ ਹੈ, ਐਟਰੀਬਿਊਟ ਕਿਵੇਂ ਕਰਨਾ ਹੈ, ਰਿਲੇਸ਼ਨਸ਼ਿਪ ਕਿਵੇਂ ਰਿਪਰੈਜ਼ੈਂਟ ਕਰਨਾ ਹੈ। ਅੱਗੇ ਰਿਲੇਸ਼ਨਸ਼ਿਪ ਵੀ ਕਈ ਤਰ੍ਹਾਂ ਦੇ ਨੇ, 1 to many, many to 1, 1 to 1, many to many, ਉਹ ਆਪਾਂ ਡਿਸਕਸ ਕਰੇ ਸੀ। ਉਹ ਈਆਰ ਮਾਡਲ, ਉਹੀ ਈਆਰ ਮਾਡਲ ਅਸੀਂ ਈਆਰ ਡਾਇਗਰਾਮ ਦੇ ਰੂਪ ਦੇ ਵਿੱਚ ਯੂਜ਼ ਕਰਦੇ ਹਾਂ ਤੇ ਕੰਸੈਪਚੁਅਲ ਡਿਜ਼ਾਈਨ ਤਿਆਰ ਕਰ ਲੈਂਦੇ। ਫਿਰ ਅਸੀਂ ਲੌਜੀਕਲ ਡਾਟਾਬੇਸ ਡਿਜ਼ਾਈਨ ਵੱਲ ਚੱਲਦੇ ਹਾਂ। ਇੱਥੇ ਆ ਜਾਂਦੀ ਹੈ ਮੇਨ ਕੰਪਿਊਟਰ ਦੀ ਯੂਜ਼ ਆ ਜਾਂਦੀ ਹੈ, ਜਿੱਥੇ ਅਸੀਂ ਉਸ ਜਿਹੜਾ ਮੈਨੂਅਲ ਅਸੀਂ ਡਾਇਗਰਾਮ ਤਿਆਰ ਕੀਤੀ ਹੈ ਉਸ ਨੂੰ ਅਸੀਂ ਟੇਬਲਸ ਦੇ ਵਿੱਚ ਕਨਵਰਟ ਕਰ ਦੇਣਾ। ਕੰਪਿਊਟਰ ਦੇ ਅੰਦਰ ਡਾਟਾਬੇਸ ਬਣਾਵਾਂਗੇ, ਉਹਦੇ ਅੰਦਰ ਅਸੀਂ ਟੇਬਲਸ ਬਣਾਵਾਂਗੇ ਤੇ ਜਿਹੜੇ ਜਿਹੜੇ ਵੀ ਐਂਟੀਟੀਜ਼, ਐਟਰੀਬਿਊਟਸ ਵਗੈਰਾ ਹੋਣਗੇ, ਰਿਲੇਸ਼ਨਸ਼ਿਪਸ ਹੋਣਗੇ, ਉਹਨਾਂ ਸਾਰਿਆਂ ਨੂੰ ਮੈਪ ਕਰਕੇ ਅਸੀਂ ਕਨਵਰਟ ਕਰ ਦਿਆਂਗੇ ਟੇਬਲਸ ਦੇ ਰੂਪ ਵਿੱਚ, ਜਿੱਥੇ ਅਸਲੀ ਡਾਟਾ ਸਟੋਰ ਹੋਏਗਾ। Once the relationships and dependencies are identified, dependency relationship मतलब दो एंटिटीज ਦਾ ਆਪਸ ਵਿੱਚ ਰਿਲੇਸ਼ਨਸ਼ਿਪ, ਇੱਕ ਟੇਬਲ ਦਾ ਦੂਜੇ ਟੇਬਲ ਨਾਲ ਰਿਲੇਸ਼ਨਸ਼ਿਪ, ਫੋਰਨ ਕੀ ਪ੍ਰਾਇਮਰੀ ਕੀ ਰਿਲੇਸ਼ਨਸ਼ਿਪ ਜਿਹੜਾ ਆਪਾਂ ਥੋੜਾ ਡਿਸਕਸ ਕਰ ਚੁੱਕੇ ਹਾਂ। ਉਹ ਰਿਲੇਸ਼ਨਸ਼ਿਪ ਬਣ ਜਾਣਗੇ, ਡਿਪੈਂਡੈਂਸੀਜ਼ ਪਤਾ ਲੱਗ ਜਾਣਗੀਆਂ ਕਿਹੜਾ ਕਾਲਮ ਕਿਸ ਤੇ ਡਿਪੈਂਡੈਂਟ ਹੈ, ਫੰਕਸ਼ਨਲ ਡਿਪੈਂਡੈਂਸੀਜ਼ ਵਗੈਰਾ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਸੀ। ਤਾਂ ਫਿਰ ਉਸ ਤੋਂ ਬਾਅਦ ਅਸੀਂ ਅਰੇਂਜ ਕਰ ਲੈਂਦੇ ਹਾਂ। The data can be arranged into logical structures and is mapped into database management system tables। ਟੇਬਲਸ ਬਣ ਜਾਂਦੇ ਨੇ ਇੱਥੇ, ਇਹ ਟੇਬਲ ਬਣ ਜਾਂਦੇ ਨੇ, ਟੇਬਲ ਤਿਆਰ ਹੋ ਜਾਂਦੇ ਨੇ, ਜਿਵੇਂ ਮਾਈਕਰੋਸਾਫਟ ਐਕਸੈਸ ਦੇ ਵਿੱਚ ਆਪਾਂ ਟੇਬਲ ਬਣਾਏ। Normalization is performed to make the relations in appropriate normal forms। ਆਪਾਂ 5 normal, 5 ਦੀ 6 ਹੀ ਹੋ ਜਾਂਦੀਆਂ ਨੇ। ਇੱਕ ਵੌਇਸ ਕੋਡ ਨਾਰਮਲ ਫਾਰਮ ਹੈ ਜੋ ਕਾਊਂਟਿੰਗ ਦੇ ਵਿੱਚ ਨੰਬਰਿੰਗ 'ਚ ਨਹੀਂ ਆਉਂਦੀ, ਤਾਂ ਉਹ ਨਾਰਮਲ ਫਾਰਮਸ ਆਪਾਂ ਜਿਹੜੀਆਂ ਪੜ੍ਹੀਆਂ ਸੀ ਉਹ ਅਪਲਾਈ ਕੀਤੀਆਂ ਜਾਂਦੀਆਂ ਨੇ ਤੇ ਟੇਬਲਸ ਨੂੰ ਨਾਰਮਲ ਫਾਰਮ ਦੇ ਵਿੱਚ ਲੈ ਆਂਦਾ ਜਾਂਦਾ। ਉਸ ਤੋਂ ਬਾਅਦ ਆ ਜਾਂਦਾ ਫਿਜ਼ੀਕਲ ਡਾਟਾਬੇਸ ਡਿਜ਼ਾਈਨ। ਜਦੋਂ ਡਾਟਾ ਸਟੋਰ ਹੋ ਗਿਆ, ਉਹਦੇ ਵਿੱਚ ਉਹਦੇ ਸਟਰਕਚਰ ਤਿਆਰ ਹੋ ਜਾਣੇ ਨੇ ਡਾਟਾ ਸਟੋਰ ਕਰਨ ਦੇ ਲਈ। ਪਹਿਲਾਂ ਉਹਦੀ ਜਿਹੜੀ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਉਹ ਅਸੀਂ ਫਿਜ਼ੀਕਲੀ ਉਹਦੇ ਵਿੱਚ ਸਟੋਰ ਕਰਨੀ ਸ਼ੁਰੂ ਕਰ ਦਿੰਦੇ ਹਾਂ। It deals with the physical implementation of the database in the database management system। ਇੱਥੇ ਤਾਂ ਅਸੀਂ ਲੌਜੀਕਲ ਡਿਜ਼ਾਈਨ ਤਿਆਰ ਕੀਤਾ ਸੀ ਵੀ ਅਸੀਂ ਆਹ ਟੇਬਲ ਬਣਾਵਾਂਗੇ, ਇਹਦੇ 'ਚ ਆਹ ਕਾਲਮ ਹੋਣਗੇ, ਆਹ ਰਿਲੇਸ਼ਨਸ਼ਿਪ ਹੋਏਗਾ, ਪ੍ਰਾਇਮਰੀ ਕੀ ਹੋਏਗੀ, ਠੀਕ ਹੈ, ਆਹ ਨਾਰਮਲਾਈਜੇਸ਼ਨ ਹੋ ਗਈ। ਹੁਣ ਜਦੋਂ ਫਾਈਨਲ ਹੋ ਗਿਆ ਕਿ ਆਹ ਟੇਬਲ ਬਣਨੇ ਨੇ, ਇੱਥੇ ਇਸ ਸਟੈਪ ਤੋਂ ਬਾਅਦ ਇਹ ਕਲੀਅਰ ਹੋ ਜਾਏਗਾ ਕਿੰਨੇ ਟੇਬਲ ਬਣਨੇ ਨੇ, ਕਿਹੜੇ ਟੇਬਲ 'ਚ ਕਿਹੜੇ ਕਾਲਮ ਬਣਾਏ ਜਾਣਗੇ, ਉਹਨਾਂ ਕਾਲਮਸ ਦੇ ਨਾਮ ਕੀ ਹੋਣਗੇ, ਉਹਨਾਂ ਦੀਆਂ ਡਾਟਾ ਟਾਈਪਸ ਕੀ ਹੋਣਗੀਆਂ, ਉਹਨਾਂ 'ਚ ਆਪਸ 'ਚ ਰਿਲੇਸ਼ਨ ਕੀ ਹੋਏਗਾ, ਪ੍ਰਾਇਮਰੀ ਕੀ ਰਿਲੇਸ਼ਨਸ਼ਿਪ ਕੀ ਹੋਏਗਾ, ਪ੍ਰਾਇਮਰੀ ਕੀ ਫੋਰਨ ਕੀ ਕਿਹੜੀਆਂ ਕਿਹੜੀਆਂ ਹੋਣਗੀਆਂ, ਉਹਨਾਂ ਨੂੰ ਹੁਣ ਫਿਜ਼ੀਕਲ ਰੂਪ ਦੇਣਾ ਹੈ ਆਖਰੀ ਸਟੈਪ ਦੇ ਵਿੱਚ। ਇਟ ਇਨਕਲੂਡਸ ਦਾ ਸਪੈਸੀਫਿਕੇਸ਼ਨ ਆਫ ਡਾਟਾ ਐਲੀਮੈਂਟਸ, ਡਾਟਾ ਟਾਈਪਸ ਉਹਨਾਂ ਦੀਆਂ ਕੀ ਹੋਣਗੀਆਂ, ਇੰਡੈਕਸਿੰਗ ਕਰਨੀ ਹੈ ਜਾਂ ਨਹੀਂ ਕਰਨੀ। ਆਲ ਥੀਸ ਇਨਫੋਰਮੇਸ਼ਨ ਆਰ ਸਟੋਰਡ ਇਨ ਡਾਟਾ ਡਿਕਸ਼ਨਰੀ। ਡਾਟਾ ਦੇ ਬਾਰੇ ਜੋ ਡਾਟਾ ਹੁੰਦਾ ਹੈ ਉਸ ਨੂੰ ਡਾਟਾ ਡਿਕਸ਼ਨਰੀ ਕਹਿੰਦੇ ਨੇ। ਡਾਟਾ ਦੇ ਬਾਰੇ ਡਾਟਾ ਤੁਸੀਂ ਜਿਹੜਾ ਸਟੋਰ ਕਰੋਗੇ ਉਹ ਤਾਂ ਹੋਏਗਾ ਸਟੂਡੈਂਟ ਦਾ ਰੋਲ ਨੰਬਰ, ਮੰਨ ਲਓ ਫਾਦਰ ਨੇਮ, ਨੇਮ, ਡੇਟ ਆਫ ਬਰਥ, ਐਡਰੈਸ, ਫੀਸ, ਰਿਜ਼ਲਟ, ਮਾਰਕਸ ਵਗੈਰਾ ਜਿਹੜੇ ਆ ਜਾਂਦੇ ਨੇ ਉਹ ਡਾਟਾ ਹੁੰਦਾ। ਪਰ ਉਸ ਡਾਟੇ ਦੇ ਬਾਰੇ ਵੀ ਡਾਟਾ ਹੁੰਦਾ ਹੈ, ਮਤਲਬ ਰੋਲ ਨੰਬਰ ਕਿਸ ਟਾਈਪ ਦਾ ਹੈ, ਨੂਮੈਰਿਕ ਹੈ ਜਾਂ ਕਰੈਕਟਰ ਹੈ, ਨੇਮ ਕਿਸ ਟਾਈਪ ਦਾ ਹੈ, ਉਹਦੀ ਵਿਡਥ ਕਿੰਨੀ ਹੈ, ਕਿੰਨੇ ਕਰੈਕਟਰ ਹੋਣਗੇ, ਇਹ ਵੀ ਡਾਟਾ ਹੈ, ਡਾਟਾ ਅਬਾਊਟ ਡਾਟਾ। ਇਹ ਡਾਟਾ ਸਟੋਰ ਕੀਤਾ ਜਾਂਦਾ ਡਾਟਾ ਡਿਕਸ਼ਨਰੀ। ਇਹ ਸੀ ਡਾਟਾਬੇਸ ਡਿਜ਼ਾਈਨ ਪ੍ਰੋਸੈਸ, ਵੀ ਡਾਟਾਬੇਸ ਕਿਵੇਂ ਡਿਜ਼ਾਈਨ ਕੀਤਾ ਜਾਂਦਾ ਹੈ। 4 ਸਟੈਪ ਦੇ ਵਿੱਚ ਡਾਟਾਬੇਸ ਡਿਜ਼ਾਈਨ ਹੁੰਦਾ।
ਅੱਗੇ ਆ ਜਾਂਦੀ ਹੈ ਡਾਟਾਬੇਸ ਇੰਟੈਗ੍ਰਿਟੀ। ਡਾਟਾਬੇਸ ਇੰਟੈਗ੍ਰਿਟੀ ਦੇ ਲਈ ਡਾਟਾਬੇਸ ਇੰਟੈਗ੍ਰਿਟੀ ਕੰਸਟ੍ਰੇਂਟ ਹੁੰਦੇ ਨੇ। ਡਾਟਾਬੇਸ ਇੰਟੈਗ੍ਰਿਟੀ ਮਤਲਬ ਕਿ ਡਾਟਾ ਸ਼ੁੱਡ ਬੀ as much as possible without errors. It should be correct as much as possible. ਵੀ ਉਹਦੇ 'ਚ ਗਲਤ ਡਾਟਾ ਐਂਟਰ ਹੋਣ ਦੀ ਗੁੰਜਾਇਸ਼ ਅਸੀਂ ਘਟਾਉਣੀ ਹੈ, ਖਤਮ ਨਹੀਂ ਹੁੰਦੀ ਘਟਾਉਣੀ ਹੁੰਦੀ ਹੈ। ਅਸੀਂ ਕੰਸਟ੍ਰੇਂਟਸ ਲਾਉਣੇ ਹੁੰਦੇ ਨੇ ਉਹਦੇ ਤੇ, ਤਾਂ ਜੋ ਗਲਤ ਡਾਟਾ ਐਂਟਰ ਹੀ ਨਾ ਹੋ। ਡਾਟਾ ਇੰਟੈਗ੍ਰਿਟੀ ਮਤਲਬ ਡਾਟਾ ਕਰੈਕਟ ਹੋਣਾ ਚਾਹੀਦਾ। ਡਾਟਾ ਇੰਟੈਗ੍ਰਿਟੀ ਇਜ਼ ਮੇਨਟੇਨਡ to ensure that data inserted in the database is correct without errors, without mistakes. The relational model includes some integrity constraints. ਆਪਣਾ ਜਿਹੜਾ ਮੇਨ ਸਾਰੀ ਇਹ ਆਪਾਂ ਡਿਸਕਸ ਕਰ ਰਹੇ ਹਾਂ ਜਿਹੜਾ ਇਹ ਸਬਜੈਕਟ, ਉਹ ਰਿਲੇਸ਼ਨਲ ਮਾਡਲ ਤੇ ਹੀ ਚੱਲ ਰਿਹਾ। ਉਸ ਦੇ ਵਿੱਚ ਇੰਟੈਗਰਿਟੀ ਕੰਸਟ੍ਰੇਂਟ ਨੂੰ ਅਸੀਂ ਅਗਰ ਅਪਲਾਈ ਕਰਨਾ ਹੋਵੇ ਤਾਂ ਉਹਦੇ ਲਈ ਹਰੇਕ ਟੇਬਲ ਦੇ ਵਿੱਚ ਅਸੀਂ ਕਾਲਮਸ ਦੇ ਉੱਪਰ ਅਪਲਾਈ ਕਰ ਸਕਦੇ ਹਾਂ। ਜਿਵੇਂ ਮੈਂ ਐਗਜ਼ਾਮਪਲ ਨੀਚੇ ਦੇ ਰਿਹਾ, 3 ਟਾਈਪ ਦੇ ਨੇ ਇਹ ਕੰਸਟ੍ਰੇਂਟ। ਪਹਿਲਾ ਹੈ ਐਂਟੀਟੀ ਇੰਟੈਗਰਿਟੀ ਕੰਸਟ੍ਰੇਂਟ। ਐਂਟੀਟੀ ਇੰਟੈਗਰਿਟੀ ਮਤਲਬ ਕਿ ਇੱਕ ਐਟਰੀਬਿਊਟ ਅਸੀਂ ਉਹਨਾਂ ਦੇ ਵਿੱਚੋਂ ਚੂਜ਼ ਕਰਨਾ ਹੁੰਦਾ ਹੈ, ਇੱਕ ਕਾਲਮ ਐਸਾ ਚੂਜ਼ ਕਰਨਾ ਹੁੰਦਾ ਹੈ ਜਿਹਦੇ ਵਿੱਚ ਹਮੇਸ਼ਾ ਯੂਨੀਕ ਵੈਲਿਊ ਆਏਗੀ ਤੇ ਜ਼ਰੂਰ ਉਹਦੇ 'ਚ ਵੈਲਿਊ ਆਏਗੀ, ਉਹ ਖਾਲੀ ਨਹੀਂ ਰਹਿ ਸਕਦਾ। ਉਸ ਨੂੰ ਐਂਟੀਟੀ ਇੰਟੈਗਰਿਟੀ ਕੰਸਟ੍ਰੇਂਟ ਕਹਿੰਦੇ ਆ, ਜਿਸ ਨੂੰ ਆਪਾਂ ਪ੍ਰੈਕਟੀਕਲੀ ਪ੍ਰਾਇਮਰੀ ਕੀ ਕਹਿੰਦੇ ਆ ਬੇਸਿਕਲੀ। if an attribute of a relation is a key attribute, मतलब primary key attribute or unique identifier, it cannot accept null values। ਉਹਦੇ 'ਚ null values ਨਹੀਂ ਆਣਗੀਆਂ ਦਾ ਮਤਲਬ ਹੋਇਆ ਕਿ ਉਹਦੇ 'ਚ ਖਾਲੀ ਨਹੀਂ ਹੋ ਸਕਦਾ, ਉਹਦੇ 'ਚ ਇਹ ਨਹੀਂ ਹੋ ਸਕਦਾ ਕਿ ਬਾਕੀ ਰਿਕਾਰਡ ਭਰਿਆ ਹੋਵੇ ਤੇ ਪ੍ਰਾਇਮਰੀ ਕੀ 'ਚ ਵੈਲਿਊ ਹੀ ਨਾ ਹੋਵੇ, ਇਹ ਨਹੀਂ ਹੋ ਸਕਦਾ। ਜਿਵੇਂ ਰੋਲ ਨੰਬਰ ਮੰਨ ਲਓ ਪ੍ਰਾਇਮਰੀ ਕੀ ਹੈ, ਤਾਂ ਇਹ ਨਹੀਂ ਹੋ ਸਕਦਾ ਕਿ ਸਟੂਡੈਂਟ ਦਾ ਨਾਮ, ਫਾਦਰ ਨੇਮ ਵਗੈਰਾ ਤਾਂ ਐਂਟਰ ਹੋ ਗਿਆ ਪਰ ਉਹਦਾ ਰੋਲ ਨੰਬਰ ਹੈ ਹੀ ਨਹੀਂ, ਇਹ ਨਹੀਂ ਹੋ ਸਕਦਾ। ਜਦੋਂ ਅਸੀਂ ਕਿਸੇ ਨੂੰ ਪ੍ਰਾਇਮਰੀ ਕੀ ਬਣਾ ਦਿੰਦੇ ਹਾਂ ਜਾਂ ਐਂਟੀਟੀ ਇੰਟੈਗਰਿਟੀ ਕੰਸਟ੍ਰੇਂਟ ਬਣਾ ਦਿੰਦੇ ਹਾਂ, ਤਾਂ ਉਹ ਜਿਹੜਾ ਕਾਲਮ ਜਾਂ ਐਟਰੀਬਿਊਟ ਹੁੰਦਾ ਹੈ ਉਹਦੇ 'ਚ ਵੈਲਿਊ ਭਰਨੀ ਮਸਟ ਹੋ ਜਾਂਦੀ ਹੈ। ਐਂਡ ਨੋ ਟੂ ਕਪਲਸ ਕੈਨ ਹੈਵ ਆਇਡੈਂਟੀਕਲ ਵੈਲਿਊਜ਼। ਤੇ ਦੂਜੀ ਗੱਲ ਇਹ ਹੁੰਦੀ ਹੈ ਕਿ ਕਿਸੇ ਵੀ 2 ਰੋਜ਼ ਦੇ ਵਿੱਚ ਰਿਕਾਰਡ ਦੇ ਵਿੱਚ ਉਸ ਦੀ ਵੈਲਿਊ ਸੇਮ ਨਹੀਂ ਹੋ ਸਕਦੀ। ਜਿਵੇਂ ਰੋਲ ਨੰਬਰ ਹੈ, ਇਹ ਕਿਸੇ ਵੀ 2 ਸਟੂਡੈਂਟ ਦਾ ਸੇਮ ਨਹੀਂ ਹੋ ਸਕਦਾ। ਇਹ ਕੰਸਟ੍ਰੇਂਟ ਹੈ, ਰੋਕ ਲਾਈ ਗਿਆ। ਤੁਸੀਂ ਡੁਪਲੀਕੇਟ ਭਰਨ ਦੀ ਕੋਸ਼ਿਸ਼ ਕਰੋਗੇ ਤਾਂ ਐਰਰ ਆ ਜਾਏਗਾ। ਜੇ ਤੁਸੀਂ ਕਿਸੇ ਕਾਲਮ ਨੂੰ ਪ੍ਰਾਇਮਰੀ ਕੀ ਡਿਕਲੇਅਰ ਕਰ ਦਿੰਦੇ ਹੋ, ਇੱਕ ਤਾਂ ਭਰਨੀ ਖਾਲੀ ਛੱਡੋਗੇ ਤਾਂ ਵੀ ਐਰਰ ਆਏਗਾ, ਜੇ ਤੁਸੀਂ ਉਹਦੇ 'ਚ ਡੁਪਲੀਕੇਟ ਵੈਲਿਊ ਭਰੋਗੇ ਤਾਂ ਵੀ ਐਰਰ ਆਏਗਾ। ਉਹ ਕੰਸਟ੍ਰੇਂਟ ਲੱਗ ਗਿਆ। ਇਹਦਾ ਮਤਲਬ ਹੈ ਕਿ ਉਹ ਗਲਤ ਡਾਟਾ ਐਂਟਰ ਕਰਨ ਤੋਂ ਤੁਹਾਨੂੰ ਰੋਕ ਰਿਹਾ ਹੈ। ਪ੍ਰਾਇਮਰੀ ਕੀ ਪਰਫਾਰਮਸ that unique identification function in a relational database। ਕਰਨਾ ਅਸੀਂ ਕੁਝ ਨਹੀਂ, ਅਸੀਂ ਇੱਕ ਕਾਲਮ ਸਿਲੈਕਟ ਕਰਨਾ, ਉਹਨੂੰ ਪ੍ਰਾਇਮਰੀ ਕੀ ਬਣਾ ਦੇਣਾ। ਫॉर एग्जांपल, roll number as a primary key ensures that its value cannot be null and each couple will have a distinct roll number। distinct मतलब बिल्कुल different, किसी ना मैच ना ਹੁੰਦਾ हो। दूसरा कंस्ट्रेंट है रेफरेंशियल एंड इंटैग्रिटी कंस्ट्रेंट। ਇਹ ਹੁੰਦਾ ਪ੍ਰਾਇਮਰੀ ਕੀ ਫੋਰਨ ਕੀ ਰਿਲੇਸ਼ਨਸ਼ਿਪ ਦੇ ਵੇਲੇ। ਜਦੋਂ ਅਸੀਂ 2 ਟੇਬਲਸ ਦੇ ਵਿੱਚ ਰਿਲੇਸ਼ਨਸ਼ਿਪ ਬਣਾਉਂਦੇ ਆ, ਉਹਨਾਂ 'ਚੋਂ ਇੱਕ ਟੇਬਲ ਦੇ ਵਿੱਚ ਪ੍ਰਾਇਮਰੀ ਕੀ ਤੇ ਦੂਜੇ ਟੇਬਲ 'ਚ ਫੋਰਨ ਕੀ ਹੋਣੀ ਚਾਹੀਦੀ ਹੈ। ਫੋਰਨ ਕੀ refers to primary key to ensure that a value that appears in one relation for a given set of attributes also appears for a certain set of attributes in the another relation। ਇਹ ਉਹਨਾਂ ਦਾ ਆਪਸ ਵਿੱਚ ਰਿਲੇਸ਼ਨਸ਼ਿਪ। ਮਤਲਬ 2 ਟੇਬਲ ਨੇ, ਇੱਕ ਟੇਬਲ ਹੈ ਉਹਦੇ 'ਚ ਪ੍ਰਾਇਮਰੀ ਕੀ ਹੈ, ਦੂਜੇ ਟੇਬਲ 'ਚ ਇੱਕ ਫੋਰਨ ਕੀ ਹੈ। ਫੋਰਨ ਕੀ ਪ੍ਰਾਇਮਰੀ ਕੀ ਦੇ ਨਾਲ ਰਿਲੇਟਡ ਹੈ। ਰਿਲੇਟਡ ਦਾ ਮਤਲਬ ਇਹ ਹੁੰਦਾ ਹੈ ਕਿ ਫੋਰਨ ਕੀ 'ਚ ਜਿਹੜੀਆਂ ਵੈਲਿਊਜ਼ ਭਰੀਆਂ ਜਾਣਗੀਆਂ, ਉਹ ਵੈਲਿਊਜ਼ ਪ੍ਰਾਇਮਰੀ ਕੀ ਦੇ ਵਿੱਚ ਪਹਿਲਾਂ ਅਵੇਲੇਬਲ ਹੋਣੀਆਂ ਚਾਹੀਦੀਆਂ ਨੇ। ਮਤਲਬ ਫੋਰਨ ਕੀ ਰੈਫਰਸ ਟੂ ਪ੍ਰਾਇਮਰੀ ਕੀ, ਇਸੇ ਕਰਕੇ ਦਾ ਨਾਮ ਹੈ ਰੈਫਰੈਂਸ਼ੀਅਲ ਇੰਟੈਗਰਿਟੀ ਕੰਸਟ੍ਰੇਂਟ। ਫੋਰਨ ਕੀ ਵੈਲਿਊਜ਼ ਰੈਫਰ ਟੂ ਪ੍ਰਾਇਮਰੀ ਕੀ ਵੈਲਿਊਜ਼। ਫੋਰਨ ਕੀ 'ਚ ਸਿਰਫ ਉਹ ਵੈਲਿਊਜ਼ ਭਰ ਸਕਦੇ ਹਾਂ ਜਿਹੜੀਆਂ ਪ੍ਰਾਇਮਰੀ ਕੀ ਦੇ ਵਿੱਚ ਭਰੀਆਂ ਹੋਣ। ਮੈਂ ਐਗਜ਼ਾਮਪਲ ਦਿੰਦਾ, ਮੰਨ ਲਓ 2 ਟੇਬਲ ਨੇ। ਇੱਕ ਟੇਬਲ ਹੈ ਰਜਿਸਟ੍ਰੇਸ਼ਨ ਟੇਬਲ, ਜਿਹਦੇ ਵਿੱਚ ਐਡਮਿਸ਼ਨ ਹੈ ਬੱਚਿਆਂ ਦੀ, ਸਟੂਡੈਂਟਸ ਦੀ, ਉਹ 'ਚ ਰੋਲ ਨੰਬਰ ਨੂੰ ਪ੍ਰਾਇਮਰੀ ਕੀ ਬਣਾਇਆ ਹੋਇਆ। ਉਹ ਤੋਂ ਬਿਨਾਂ ਨੇਮ, ਫਾਦਰ ਨੇਮ, ਡੇਟ ਆਫ ਬਰਥ ਵੀ ਹੈ, ਪਰ ਰੋਲ ਨੰਬਰ ਨੂੰ ਪ੍ਰਾਇਮਰੀ ਕੀ ਬਣਾਇਆ ਹੋਇਆ। ਦੂਜਾ ਟੇਬਲ ਹੈ ਰਿਜ਼ਲਟ ਵਾਲਾ, ਉਹਦੇ ਵਿੱਚ
ਰੋਲ ਨੰਬਰ ਹੈ, ਬਾਕੀ ਨੇਮ ਨੂਮ ਕੁਝ ਨਹੀਂ ਹੈ, ਸਿਰਫ ਰਿਜ਼ਲਟ ਹੈ। ਮਤਲਬ ਮਾਰਕਸ ਨੇ ਕਿਹੜੇ ਸਬਜੈਕਟ ਚੋਂ ਕਿੰਨੇ ਨੇ, ਕਿਹੜੇ ਸਬਜੈਕਟ ਚੋਂ ਕਿੰਨੇ। ਤਾਂ ਹੁਣ ਜਿਹੜਾ ਆਪਣਾ ਰਿਜ਼ਲਟ ਵਾਲਾ ਟੇਬਲ ਹੈ, ਉਹਦੇ 'ਚ ਜਿਹੜਾ ਰੋਲ ਨੰਬਰ ਹੈ ਉਹ ਫੋਰਨ ਕੀ ਮੰਨਿਆ ਜਾਏਗਾ, ਬਣਾਉਣਾ ਚਾਹੀਦਾ ਹੈ, ਬਣਾਉਣਾ ਪਏਗਾ। ਤੇ ਉਹਦੇ 'ਚ ਜਿਹੜੀਆਂ ਵੈਲਿਊਜ਼ ਆਉਣਗੀਆਂ ਉਸ ਰੋਲ ਨੰਬਰ 'ਚ, ਉਹ ਉਹੀ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਪਹਿਲਾਂ ਅਸੀਂ ਰਜਿਸਟ੍ਰੇਸ਼ਨ ਵਾਲੇ ਟੇਬਲ 'ਚ ਜਾਂ ਐਡਮਿਸ਼ਨ ਵਾਲੇ ਟੇਬਲ ਦੇ ਵਿੱਚ ਭਰੀਆਂ ਹੋਈਆਂ ਨੇ। ਇਹਦਾ ਮਤਲਬ ਕੀ ਹੋਇਆ ਕਿ ਰਿਜ਼ਲਟ ਸਿਰਫ ਉਸ ਬੱਚੇ ਦਾ ਆਏਗਾ ਜਿਸ ਦੀ ਐਡਮਿਸ਼ਨ ਹੋਈ ਹੋਈ ਹੈ। ਅਸੀਂ ਅਗਰ ਗਲਤੀ ਦੇ ਨਾਲ ਕੋਈ ਐਸਾ ਰੋਲ ਨੰਬਰ ਰਿਜ਼ਲਟ ਵਾਲੇ ਟੇਬਲ 'ਚ ਭਰ ਦਈਏ, ਗਲਤ ਹੋ ਜਾਵੇ ਰੋਲ ਨੰਬਰ, ਤੇ ਰਜਿਸਟ੍ਰੇਸ਼ਨ ਵਾਲੇ ਟੇਬਲ 'ਚ ਉਹ ਰੋਲ ਨੰਬਰ ਹੀ ਨਾ ਹੋਵੇ, ਕਿੰਨਾ ਔਡ ਲੱਗੇਗਾ ਕਿ ਬੱਚੇ ਦੀ ਐਡਮਿਸ਼ਨ ਤਾਂ ਹੋਈ ਨਹੀਂ, ਉਹਦਾ ਰਿਜ਼ਲਟ ਆ ਗਿਆ। ਹਾਲਾਂਕਿ ਗਲਤੀ ਤਾਂ ਹੋਏਗੀ ਰੋਲ ਨੰਬਰ ਲਿਖਣ ਦੇ ਵਿੱਚ, ਪਰ ਇਹ ਗਲਤੀ ਹੋਣ ਤੋਂ ਰੋਕਣ ਦੇ ਲਈ ਰੈਫਰੈਂਸ਼ੀਅਲ ਇੰਟੈਗ੍ਰਿਟੀ ਕੰਸਟ੍ਰੇਂਟ ਲਾਇਆ ਜਾਂਦਾ ਹੈ, ਤਾਂ ਜੋ ਫੋਰਨ ਕੀ ਵਾਲੇ ਟੇਬਲ 'ਚ ਗਲਤ ਰੋਲ ਨੰਬਰ ਭਰਿਆ ਹੀ ਨਾ ਜਾ ਸਕੇ। Such a condition is called referential integrity. For example, if there are two relations ਦਾ ਮਤਲਬ ਹੁੰਦਾ ਟੇਬਲ। ਮੈਂ ਬਾਰ-ਬਾਰ ਕਹਿੰਦਾ ਆ ਰਿਹਾ, ਅਸੀਂ ਰਿਲੇਸ਼ਨਲ ਮਾਡਲ ਦੇ ਵਿੱਚ ਟੇਬਲਸ ਨੂੰ ਰਿਲੇਸ਼ਨ ਕਹਿੰਦੇ ਹਾਂ। ਮੰਨ ਲਓ ਦੋ ਰਿਲੇਸ਼ਨ ਨੇ, admissions and result. Referential integrity, if applied on these relations, ensures that any roll number to be entered in a result relation must already exist in admissions relation. ਸੇਮ ਐਗਜ਼ਾਮਪਲ ਜਿਹੜੀ ਮੈਂ ਪਹਿਲਾਂ ਸਮਝਾਈ ਹੈ ਵੀ ਦੋ ਟੇਬਲ ਨੇ, ਐਡਮਿਸ਼ਨਸ ਐਂਡ ਰਿਜ਼ਲਟਸ। ਐਡਮਿਸ਼ਨਸ ਦੇ ਵਿੱਚ ਅਸੀਂ ਜਿਹੜਾ ਰੋਲ ਨੰਬਰ ਭਰਿਆ, ਸੇਮ ਉਹੀ ਰੋਲ ਨੰਬਰ ਰਿਜ਼ਲਟ ਵਿੱਚ ਭਰੇ ਜਾ ਸਕਦੇ ਨੇ, ਉਸ ਤੋਂ ਬਿਨਾਂ ਹੋਰ ਕੋਈ ਰੋਲ ਨੰਬਰ ਰਿਜ਼ਲਟ ਵਾਲੇ ਟੇਬਲ 'ਚ ਨਹੀਂ ਭਰਿਆ ਜਾ ਸਕਦਾ। ਰਿਜ਼ਲਟ ਵਾਲੇ ਟੇਬਲ 'ਚ ਫੋਰਨ ਕੀ ਹੋਏਗੀ, ਐਡਮਿਸ਼ਨਸ ਵਾਲੇ ਟੇਬਲ 'ਚ ਪ੍ਰਾਇਮਰੀ ਕੀ ਹੋਏਗੀ। ਤੀਸਰੇ ਟਾਈਪ ਦਾ ਜਿਹੜਾ ਅਸੀਂ ਕੰਸਟ੍ਰੇਂਟ ਲਾ ਸਕਦੇ ਹਾਂ ਕਰੈਕਟਨੈਸ ਦੇ ਲਈ, ਉਹ ਹੈ ਡੋਮੇਨ ਇੰਟੈਗ੍ਰਿਟੀ ਕੰਸਟ੍ਰੇਂਟ। ਇੱਥੇ ਡੋਮੇਨ ਦਾ ਮਤਲਬ ਹੈ ਸੈਟ ਆਫ ਵੈਲਿਊਜ਼ ਜਿਹੜੀਆਂ ਅਲਾਉਡ ਹੋਣ, ਅਲਾਉਡ ਸੈਟ ਆਫ ਵੈਲਿਊਜ਼, ਉਹਨੂੰ ਡੋਮੇਨ ਕਹਿੰਦੇ। ਮੰਨ ਲਓ ਵੀ ਆਪਾਂ ਕਿਸੇ ਬੰਦੇ ਦੀ ਵੋਟ ਬਣਾ ਰਹੇ ਹਾਂ ਤੇ ਵੋਟਰ ਲਿਸਟ ਦੇ ਵਿੱਚ ਆਪਾਂ ਉਹਦਾ ਨਾਂ ਐਂਟਰ ਕਰਨਾ ਹੈ, ਉਹਦੇ ਵਿੱਚ ਇੱਕ ਏਜ ਨਾਂ ਦਾ ਕਾਲਮ ਹੈ। ਹੁਣ ਏਜ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਇਹਦਾ ਮਤਲਬ 18 ਸਾਲ ਤੋਂ ਜਿਹੜੀ ਘੱਟ ਵੈਲਿਊ ਹੈ ਉਹ ਨਹੀਂ ਭਰੀ ਜਾਣੀ ਚਾਹੀਦੀ। ਇਹ ਰੈਸਟ੍ਰਿਕਸ਼ਨ ਲਾਉਣ ਲਈ ਡੋਮੇਨ ਇੰਟੈਗ੍ਰਿਟੀ ਕੰਸਟ੍ਰੇਂਟ ਲਾਇਆ ਜਾਂਦਾ ਹੈ। ਠੀਕ ਹੈ, ਜਾਂ ਕਿਸੇ ਦੀ ਏਜ ਜਿਹੜੀ ਹੈ ਉਹ 500 ਸਾਲ ਨਹੀਂ ਭਰੀ ਜਾ ਸਕਦੀ, ਮਤਲਬ ਮੈਕਸਿਮਮ 100 ਤੱਕ ਆਪਾਂ ਉੱਥੇ ਕੰਸਟ੍ਰੇਂਟ ਲਾ ਸਕਦੇ ਹਾਂ। ਇਹਨੂੰ ਡੋਮੇਨ ਇੰਟੈਗ੍ਰਿਟੀ ਕੰਸਟ੍ਰੇਂਟ ਕਹਾਂਗੇ। ਟੂ ਇਨਸ਼ੋਰ ਦੈਟ a value to be entered in a particular attribute of a relation, attribute ਹੁੰਦਾ ਕਾਲਮ, relation ਹੁੰਦਾ ਟੇਬਲ। ਠੀਕ ਹੈ, ਕਿਸੇ ਟੇਬਲ ਦੇ ਕਿਸੇ ਕਾਲਮ ਦੇ ਵਿੱਚ ਜਿਹੜੀ ਵੈਲਿਊ ਭਰਨੀ ਹੈ must lie in a fixed range of values, ਇੱਕ ਰੇਂਜ ਅਸੀਂ ਫਿਕਸ ਕਰਨੀ ਚਾਹੁੰਦੇ ਹਾਂ। For example, domain integrity constraint can be applied to ensure that value for an attribute age can not be more than 100 and less than 1। ਮੰਨ ਲਓ ਕਿਸੇ ਟੇਬਲ ਦੇ ਵਿੱਚ ਅਸੀਂ ਉਹਦੀ ਏਜ ਐਂਟਰ ਕਰਨੀ ਹੈ, ਮੈਂ ਇਹ ਵੋਟਿੰਗ ਵਾਲੀ ਨਹੀਂ ਕਰ ਰਿਹਾ, ਨਾਰਮਲੀ ਏਜ, ਮੰਨ ਲਓ ਕਿਸੇ ਬੱਚੇ ਦੀ ਏਜ ਕਰਨੀ, ਜਾਂ ਕੋਈ ਵੀ ਬਸ ਮੰਨ ਲਓ ਕੋਈ ਕਿਸੇ ਤਰ੍ਹਾਂ ਦਾ ਕੋਈ ਡਾਟਾਬੇਸ ਬਣ ਰਿਹਾ ਜਿਹਦੇ ਵਿੱਚ ਹਰੇਕ ਫੈਮਿਲੀ ਮੈਂਬਰ ਦੀ ਏਜ ਭਰਨੀ ਹੈ, ਤਾਂ ਉਹਦੇ ਵਿੱਚ ਅਸੀਂ ਰਿਸਟ੍ਰਿਕਸ਼ਨ ਲਾ ਸਕਦੇ ਹਾਂ 1 ਤੋਂ ਘੱਟ ਨਾ ਐਂਟਰ ਹੋਵੇ, 100 ਤੋਂ ਵੱਧ ਨਾ। ਇਸ ਤਰ੍ਹਾਂ ਨਾਲ ਇਹ ਕੰਸਟ੍ਰੇਂਟਸ ਲਾਏ ਜਾਂਦੇ, ਡੋਮੇਨ ਇੰਟੈਗ੍ਰਿਟੀ ਕੰਸਟ੍ਰੇਂਟਸ।